ਹੈਲੋ ਦੋਸਤੋ, ਤੁਹਾਡਾ ਮੇਰੇ YouTube ਚੈਨਲ ਇਨਵੈਸਟਿੰਗ ਦੀਆਂ ਗੱਲਾਂ ਉੱਤੇ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਆਪਾਂ ਇਨ ਡਿਟੇਲ ਗੱਲ ਕਰਾਂਗੇ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਬਾਰੇ ਕਿ ਇਹ ਹੁੰਦਾ ਕੀ ਆ, ਇਹਨੂੰ ਕੌਣ ਓਪਨ ਕਰਾ ਸਕਦਾ, ਇਹਦੇ ਕੀ ਬੈਨੀਫਿਟ ਨੇ, ਇਹਦੇ ਵਿੱਚ ਆਪਾਂ ਆਪਣੀ ਮਨੀ ਟੈਕਸ ਫ੍ਰੀ ਕਿੱਦਾਂ ਗਰੋ ਕਰ ਸਕਦੇ ਹਾਂ ਅਤੇ ਇਹਦੀ ਕੰਟਰੀਬਿਊਸ਼ਨ ਲਿਮਿਟ ਕੀ ਆ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਹੁੰਦਾ ਕੀ ਆ। ਬੇਸਿਕਲੀ ਇਹ ਜਿਹੜਾ ਪਲਾਨ ਹੈ ਗਵਰਨਮੈਂਟ ਨੇ 2009 ਦੇ ਵਿੱਚ ਇੰਟਰੋਡਿਊਸ ਕੀਤਾ ਸੀ। ਇਹਦਾ ਮੇਨ ਮੋਟਿਵ ਇਹੀ ਆ ਵੀ ਜਿੰਨੇ ਵੀ ਕੈਨੇਡੀਅਨ ਨੇ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਸਕੇ, ਉਹ ਆਪਣੀ ਮਨੀ ਨੂੰ ਕਿਤੇ ਨਾ ਕਿਤੇ ਇਨਵੈਸਟ ਕਰਨ ਅਤੇ ਉਹਨੂੰ ਗਰੋ ਕਰ ਸਕਣ। ਕਿ ਮਤਲਬ ਜਿੱਦਾਂ ਵੀ ਜਿਹੜਾ ਵੀ ਤੁਹਾਨੂੰ ਆਪਣੀ ਇਨਵੈਸਟਮੈਂਟ ਦੇ ਉੱਤੇ ਕੈਪੀਟਲ ਗੇਨ ਹੁੰਦਾ ਜਾਂ ਇੰਟਰਸਟ ਮਿਲਦਾ ਜਾਂ ਤੁਹਾਨੂੰ ਕੋਈ ਡਿਵੀਡੈਂਡ ਮਿਲਦਾ ਤਾਂ ਉਹਦੇ ਉੱਤੇ ਬੇਸਿਕਲੀ ਤੁਸੀਂ $0 ਟੈਕਸ ਦੇ ਵਿੱਚ ਪੇ ਕਰਨਾ ਹੈ। ਹੁਣ ਆਪਾਂ ਜਿੱਦਾਂ ਤੁਹਾਨੂੰ ਪਤਾ ਹੀ ਆ ਨਾ, ਜਿਹੜੀਆਂ ਕੈਨੇਡੀਅਨ ਬੈਂਕਸ ਨੇਗੀਆਂ ਉਹ ਆਪਾਂ ਨੂੰ ਕੋਈ ਜ਼ਿਆਦਾ ਇੰਟਰਸਟ ਨਹੀਂ ਪੇ ਕਰਦੀਆਂ। ਜਿੱਦਾਂ ਕਿ ਮੈਂ ਇੱਥੇ ਇੱਕ ਐਗਜ਼ਾਮਪਲ ਖੋਲ੍ਹੀ ਹੋਈ ਆ, ਇਹ TD ਦੇ 3 ਸੇਵਿੰਗਸ ਅਕਾਊਂਟ ਨੇ। ਜਿੱਦਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸਭ ਤੋਂ ਜਿਹੜਾ ਬੇਸਿਕ ਅਕਾਊਂਟ ਆ ਉਹ ਤੁਹਾਨੂੰ ਜਿਹੜਾ ਤੁਹਾਡੀ ਮਨੀ ਦੇ ਉੱਤੇ ਇੰਟਰਸਟ ਪੇ ਕਰਦਾ ਹੈ ਉਹ ਹੈਗਾ 0.01%। ਤਾਂ ਮੈਕਸੀਮਮ ਤੁਸੀਂ ਜਿਹੜਾ TD ਤੋਂ ਇੰਟਰਸਟ ਲੈ ਸਕਦੇ ਹੋ ਉਹ ਹੈਗਾ ਸਿਰਫ 1.7% ਹੈ ਨਾ। ਅਤੇ ਇਹੀ ਮਨੀ ਜੇ ਆਪਾਂ ਬੇਸਿਕਲੀ ਇੱਥੇ ਆਪਾਂ ਮਤਲਬ TD ਦਾ ਹੀ ਸਟਾਕ ਖਰੀਦ ਲੈਂਦੇ ਹਾਂ ਨਾ, ਤਾਂ TD ਆ ਜਿਹੜੀ ਉਹ ਤੁਹਾਨੂੰ ਡਿਵੀਡੈਂਡ ਦੇ ਰਹੀ ਆ 4.61%। ਜਿੱਦਾਂ ਇੱਥੇ ਦੇਖ ਸਕਦੇ ਹੋ ਜਿਹੜਾ ਡਿਵੀਡੈਂਡ ਰੇਟ ਆ ਉਹ ਹੈਗੀ 4.16%। ਲਾਈਕ ਮੈਕਸੀਮਮ ਇੰਟਰਸਟ ਆ ਜਿਹੜਾ ਉਹ ਤਾਂ ਤੁਸੀਂ ਲਾਈਕ ਆਪਣਾ ਲੈ ਰਹੇ ਹੋ 1.7%। ਬਟ ਜੇ ਉਹਦੀ ਜਗ੍ਹਾ 'ਤੇ ਤੁਸੀਂ TD ਦਾ ਸਟਾਕ ਖਰੀਦਦੇ ਹੋ ਉਹਦੇ ਉੱਤੇ ਜਿਹੜਾ ਡਿਵੀਡੈਂਡ ਆ ਉਹ ਤੁਹਾਨੂੰ 4.61% ਮਿਲਦਾ ਹੈ, ਆਲਮੋਸਟ 3 ਟਾਈਮਸ ਹੈ ਨਾ, ਜਿੰਨਾ ਕਿ ਆਪਾਂ ਨੂੰ ਸੇਵਿੰਗਸ ਅਕਾਊਂਟ ਦੇ ਉੱਤੇ ਇੰਟਰਸਟ ਮਿਲ ਰਿਹਾ। ਹੁਣ ਆਪਾਂ ਇੱਥੇ ਇੱਕ ਕੈਲਕੂਲੇਟਰ ਲੈ ਕੇ ਇਹਦੇ ਨਾਲ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। ਮੰਨ ਲਓ ਵੀ ਤੁਸੀਂ $10,000 ਹੈ ਜਿਹੜਾ ਉਹ TD ਦੇ ਸੇਵਿੰਗਸ ਅਕਾਊਂਟ ਦੇ ਵਿੱਚ ਰੱਖਦੇ ਹੋ, ਤਾਂ ਉਹਦੇ ਉੱਤੇ ਤੁਹਾਨੂੰ ਜਿਹੜਾ ਹੈਗਾ ਉਹ ਇੰਟਰਸਟ ਮਿਲ ਰਿਹਾ 1.7%। ਤਾਂ 10,000 ਦੇ ਉੱਤੇ ਐਂਡ ਆਫ ਦਾ ਈਅਰ ਜਿਹੜਾ ਤੁਹਾਨੂੰ ਇੰਟਰਸਟ ਮਿਲੇਗਾ ਉਹ ਮਿਲੇਗਾ $170 $170। ਅਤੇ ਇਹ ਵੀ 100% ਟੈਕਸੇਬਲ ਆ। 170 ਦੇ ਉੱਤੇ ਵੀ ਤੁਹਾਨੂੰ ਜਿਹੜਾ ਹੈਗਾ ਆ ਉਹ ਟੈਕਸ ਪੇ ਕਰਨਾ ਪੈਣਾ, ਕਿਉਂਕਿ ਇਹ ਜਿਹੜੀ ਇਨਕਮ ਆ ਇਹ ਲਾਈਕ ਇੰਟਰਸਟ ਇਨਕਮ ਆ, ਇਹ ਤੁਹਾਡੀ ਇਨਕਮ ਦੇ ਵਿੱਚ ਹੀ ਕਾਊਂਟ ਕੀਤੀ ਜਾਊਗੀ ਅਤੇ ਇਹਦੇ ਉੱਤੇ ਟੈਕਸ ਲੱਗੇਗਾ। ਜੇ ਇਹੀ ਤੁਸੀਂ $10,000 ਦੇ ਤੁਸੀਂ TD ਨੂੰ TFSA ਦੇ ਵਿੱਚ ਪਾ ਕੇ ਉਹਦੇ ਨਾਲ TD ਦੇ ਸਟਾਕਸ ਆ ਜਿਹੜੇ ਉਹ ਖਰੀਦ ਲੈਂਦੇ ਹੋ, ਤਾਂ ਉਹਦੇ ਉੱਤੇ ਤੁਹਾਨੂੰ ਜਿਹੜੀ ਆ ਡਿਵੀਡੈਂਡ ਹੀ 4.61% ਮਿਲੇਗਾ। ਤਾਂ ਟੋਟਲ ਡਿਵੀਡੈਂਡ ਹੋ ਗਿਆ ਤੁਹਾਡਾ $461 ਅਤੇ ਇਹਦੇ ਉੱਤੇ ਤੁਸੀਂ $0 ਟੈਕਸ ਦੇ ਵਿੱਚ ਪੇ ਕਰਨਾ ਆ। ਅਤੇ ਇਹਦੀ ਬਸ ਇੱਕ ਲਿਮਿਟੇਸ਼ਨ ਇਹ ਆ ਕਿ ਜਿੰਨਾ ਵੀ ਲਾਈਕ ਕੈਪੀਟਲ ਗੇਨ ਆ, ਇੰਟਰਸਟ ਇਨਕਮ ਆ ਜਾਂ ਕੈਨੇਡੀਅਨ ਸਟਾਕਸ ਦੁਆਰਾ ਡਿਵੀਡੈਂਡ ਦਿੱਤਾ ਜਾਂਦਾ ਆ, ਤਾਂ ਉਹਦੇ ਉੱਤੇ ਤੁਸੀਂ ਕੋਈ ਵੀ ਟੈਕਸ ਨਹੀਂ ਪੇ ਕਰਨਾ। ਹਾਂ, ਬਟ ਜੇ ਤੁਹਾਨੂੰ ਜਿਹੜਾ ਡਿਵੀਡੈਂਡ ਆ ਮਤਲਬ US ਸਟਾਕ ਦੇ ਉੱਤੇ ਮਿਲ ਰਿਹਾ ਹੈ ਤਾਂ ਉਹਦੇ ਉੱਤੇ ਤੁਸੀਂ 15% ਟੈਕਸ ਪੇ ਕਰਨਾ ਹੁੰਦਾ ਹੈ। ਸਿਰਫ ਜਿਹੜਾ US ਸਟਾਕ ਦਾ ਡਿਵੀਡੈਂਡ ਆ, ਮੰਨ ਲਓ ਜੇ ਤੁਸੀਂ ਇਹਦੇ ਵਿੱਚ ਤੁਸੀਂ ਲਾਈਕ ਦੋਵੇਂ ਅਕਾਊਂਟ ਹੀ ਖੁਲਾ ਸਕਦੇ ਹੋ ਨਾ, TFSA ਦੇ ਵਿੱਚ ਦੋਵੇਂ ਅਕਾਊਂਟ ਖੁੱਲ੍ਹਦੇ ਹੁੰਦੇ ਆ, ਕੈਨੇਡੀਅਨ ਵੀ USA ਵੀ। ਤੁਸੀਂ USA ਜਿਹੜੇ ਸਟਾਕਸ ਆ ਉਹ ਵੀ ਟਰੇਡ ਕਰ ਸਕਦੇ ਹੋ ਅਤੇ ਕੈਨੇਡੀਅਨ ਸਟਾਕਸ ਨੇ ਉਹ ਵੀ ਟਰੇਡ ਕਰ ਸਕਦੇ ਹੋ। ਜੇ ਤੁਹਾਨੂੰ ਕੈਪੀਟਲ ਗੇਨ ਹੁੰਦਾ US ਸਟਾਕ ਦੇ ਉੱਤੇ ਹੈ ਨਾ, US ਸਟਾਕ ਦੇ ਉੱਤੇ, ਉਹਦੇ ਉੱਤੇ ਵੀ ਤੁਸੀਂ 0 ਟੈਕਸ ਪੇ ਕਰਨਾ ਹੁੰਦਾ ਹੈ। ਹਾਂ, ਬਸ ਇਹਦੇ ਬਸ ਇਹੀ ਲਿਮਿਟੇਸ਼ਨ ਆ, ਜੇ ਤੁਸੀਂ US ਸਟਾਕ ਖਰੀਦਦਾ ਅਤੇ ਉਹ ਡਿਵੀਡੈਂਡ ਪੇ ਕਰ ਰਿਹਾ, ਉਹਦਾ ਜਿੰਨਾ ਵੀ ਡਿਵੀਡੈਂਡ ਹੋਊਗਾ ਉਹਦੇ ਉੱਤੇ ਤੁਸੀਂ 15% ਟੈਕਸ ਪੇ ਕਰਨਾ ਹੈ। ਬਟ ਆਪਾਂ ਇੱਥੇ ਲਾਈਕ ਸਾਫ਼ ਹੀ ਦੇਖ ਸਕਦੇ ਹਾਂ ਕਿ ਮਤਲਬ ਜੇ ਆਪਾਂ ਸੇਵਿੰਗਸ ਅਕਾਊਂਟ ਦੇ ਵਿੱਚ ਆਪਣੇ ਪੈਸੇ ਰੱਖ ਰਹੇ ਹਾਂ ਨਾ, ਤਾਂ ਉਹਦੇ ਉੱਤੇ ਜੇ ਤੁਹਾਨੂੰ 1.7% ਵੀ ਇੰਟਰਸਟ ਆ ਜਿਹੜਾ ਮਿਲਦਾ ਆ, ਤਾਂ ਤੁਹਾਨੂੰ ਐਂਡ ਆਫ ਦਾ ਈਅਰ $170 ਮਿਲੇ TD ਵੱਲੋਂ। ਬਟ ਜੇ ਇਹੀ ਤੁਸੀਂ TD ਦੇ ਵਿੱਚ ਇਨਵੈਸਟ ਕਰ ਦਿੰਦੇ ਹੋ, ਮਤਲਬ TD ਦਾ ਸਟਾਕ ਖਰੀਦ ਲੈਂਦੇ ਹੋ, ਤਾਂ ਉਹਦੇ ਉੱਤੇ ਜਿਹੜਾ ਤੁਹਾਨੂੰ ਡਿਵੀਡੈਂਡ ਮਿਲੂਗਾ ਉਹ ਹੋ ਜਾਏਗਾ $461, ਆਲਮੋਸਟ 3 ਟਾਈਮਸ ਦਾ ਇੰਟਰਸਟ ਹੈ ਨਾ, ਜਿੰਨਾ ਵੀ ਤੁਸੀਂ ਪਾਓਗੇ ਹੈ ਨਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ TFSA ਅਕਾਊਂਟ ਆ ਹੈ ਨਾ, ਉਹਦੇ ਲਈ ਮੈਂ ਇੱਕ ਛੋਟੀ ਜਿਹੀ PPT ਬਣਾਈ ਆ। ਇਹਦੇ ਵਿੱਚ ਆਪਾਂ ਸਮਝਾਂਗੇ ਇਹਨੂੰ ਕੌਣ ਓਪਨ ਕਰਾ ਸਕਦਾ ਹੈ ਨਾ, ਇਹ ਕਿੱਦਾਂ ਕੰਮ ਕਰਦਾ, ਇਹਦੇ ਕੀ ਬੈਨੀਫਿਟਸ ਨੇ। ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਹਨੂੰ ਓਪਨ ਕੌਣ ਕਰਾ ਸਕਦਾ ਹੈ ਨਾ। ਕੋਈ ਵੀ ਕੈਨੇਡਾ ਦੇ ਵਿੱਚ ਰਹਿ ਰਿਹਾ ਹੈਗਾ, ਚਾਹੇ ਉਹ ਲਾਈਕ ਵਰਕ ਪਰਮਿਟ ਹੋਲਡਰ ਆ, ਸਟੂਡੈਂਟ ਆ, ਜਾਂ ਲਾਈਕ ਮੰਨ ਲਓ ਵੀ ਪਰਮਾਨੈਂਟ ਰੈਜ਼ੀਡੈਂਟ ਆ ਜਾਂ ਸਿਟੀਜ਼ਨ ਆ, ਅਤੇ ਉਹਦੀ ਉਮਰ 18 ਸਾਲ ਤੋਂ ਉੱਤੇ ਆ, ਅਤੇ ਉਹਦੇ ਕੋਲ ਇੱਕ ਵੈਲਿਡ SIN ਆ, ਸੋਸ਼ਲ ਇੰਸ਼ੋਰੈਂਸ ਨੰਬਰ ਆ, ਤਾਂ ਉਹ ਇਹ ਅਕਾਊਂਟ ਖੁਲਾ ਸਕਦੇ ਆ। ਹਾਂ, ਜੇ ਤੁਸੀਂ ਮੰਨ ਲਓ ਵੀ ਵਿਜ਼ਟਰ ਵੀਜ਼ਾ 'ਤੇ ਆਏ ਹੋਏ ਹੋ, ਤੁਸੀਂ ਫਿਰ ਨਹੀਂ ਇਹ ਅਕਾਊਂਟ ਖੁਲਾ ਸਕਦੇ। ਬੇਸਿਕਲੀ ਜੇ ਤੁਸੀਂ ਇੱਥੇ ਸਟੂਡੈਂਟ ਹੋ, ਵਰਕ ਪਰਮਿਟ ਹੋਲਡਰ ਹੋ, ਜਾਂ ਪਰਮਾਨੈਂਟ ਰੈਜ਼ੀਡੈਂਟ ਹੋ, ਜਾਂ ਸਿਟੀਜ਼ਨ ਹੋ, ਤੁਸੀਂ
ਆਪਣਾ TFSA ਆ ਜਿਹੜਾ ਉਹਨੂੰ ਓਪਨ ਕਰਾ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਬੈਨੀਫਿਟਸ ਕੀ ਹੁੰਦੇ। ਸਭ ਤੋਂ ਪਹਿਲਾ ਬੈਨੀਫਿਟ ਤਾਂ ਇਹਦਾ ਇਹੀ ਹੈ ਵੀ ਜਿੰਨੀ ਵੀ ਤੁਹਾਡੀ ਸੇਵਿੰਗਸ ਆ ਹੈ ਨਾ, ਉਹਦੇ ਉੱਤੇ ਜਿੰਨਾ ਵੀ ਤੁਸੀਂ ਕੈਪੀਟਲ ਗੇਨ ਪਾਇਆ ਜਾਂ ਉਹਦੇ ਉੱਤੇ ਤੁਹਾਨੂੰ ਇੰਟਰਸਟ ਮਿਲਿਆ ਜਾਂ ਉਹਦੇ ਉੱਤੇ ਡਿਵੀਡੈਂਡ ਮਿਲਿਆ, ਕਿਸੇ ਵੀ ਤਰ੍ਹਾਂ ਦੀ ਉਹਦੇ ਉੱਤੇ ਤੁਹਾਨੂੰ ਇਨਕਮ ਹੋ ਰਹੀ ਆ ਉਸ ਸੇਵਿੰਗਸ ਦੇ ਉੱਤੋਂ, ਤਾਂ ਉਹ 0% ਉਹਦੇ ਉੱਤੇ ਤੁਸੀਂ ਟੈਕਸ ਪੇ ਕਰਨਾ ਹੈ, ਕੋਈ ਵੀ ਟੈਕਸ ਪੇ ਨਹੀਂ ਕਰਨਾ। ਅਤੇ ਦੂਜਾ ਸਭ ਤੋਂ ਵੱਡਾ ਬੈਨੀਫਿਟ ਇਹਦਾ, ਹਾਂ ਮਤਲਬ ਜੇ ਤੁਸੀਂ ਕੈਨੇਡੀਅਨ ਸਟਾਕਸ ਖਰੀਦ ਰਹੇ ਹੋ, US ਸਟਾਕਸ ਖਰੀਦ ਰਹੇ ਹੋ, ਹੋਰ ਵੀ ਕਿਸੇ ਵੀ ਕੰਟਰੀ ਦੇ ਸਟਾਕਸ ਖਰੀਦ ਰਹੇ ਹੋ, ਉਹਦੇ ਉੱਤੇ ਤੁਸੀਂ ਬੇਸਿਕਲੀ 0 ਮਤਲਬ ਇੰਟਰਸਟ ਆ ਜਿਹੜਾ ਉਹ ਪੇ ਕਰਨੇ ਹੋ। ਹਾਂ ਬਟ ਲਾਈਕ 0 ਟੈਕਸ ਪੇ ਕਰ ਰਹੇ ਹੋ। ਹਾਂ ਜੇ ਤੁਹਾਨੂੰ ਡਿਵੀਡੈਂਡ ਕੈਨੇਡੀਅਨ ਸਟਾਕਸ ਦੁਆਰਾ ਮਿਲਦਾ ਤਾਂ ਉਹਦੇ ਉੱਤੇ ਵੀ ਤੁਸੀਂ 0 ਟੈਕਸ ਪੇ ਕਰਨਾ। ਜੇ ਡਿਵੀਡੈਂਡ ਤੁਹਾਨੂੰ US ਕੰਪਨੀ ਵੱਲੋਂ ਡਿਵੀਡੈਂਡ ਦਿੱਤਾ ਜਾਂਦਾ ਤਾਂ ਉਹਦੇ ਉੱਤੇ ਤੁਹਾਨੂੰ 15% ਹੈਗਾ ਜਿਹੜਾ ਟੈਕਸ ਪੇ ਕਰਨਾ ਪਏਗਾ। ਬਟ ਜੇ ਉਹੀ US ਸਟਾਕ ਦੇ ਉੱਤੇ ਤੁਹਾਨੂੰ ਕੈਪੀਟਲ ਗੇਨ ਹੁੰਦਾ, ਮੰਨ ਲਓ ਵੀ ਤੁਸੀਂ ਕੋਈ ਵੀ USA ਦੀ ਕੰਪਨੀ ਖਰੀਦੀ $2000 ਦੇ ਵਿੱਚ ਹੈ ਨਾ, ਉਹਦੇ ਉੱਤੇ ਤੁਹਾਨੂੰ 20% ਦੀ ਰਿਟਰਨ ਮਿਲ ਗਈ ਹੈ ਨਾ, ਤਾਂ $400 ਹੋ ਗਿਆ ਨਾ ਇਸ ਈਅਰ ਦਾ, ਅਤੇ ਤੁਸੀਂ ਉਹ ਸਟਾਕ ਮਤਲਬ ਵੇਚਤਾ ਹੈ ਨਾ। ਲਾਈਕ ਆਪਾਂ ਇੱਥੇ ਐਗਜ਼ਾਮਪਲ ਹੀ ਲੈ ਲੈਂਦੇ ਕੈਲਕੂਲੇਟਰ ਦੇ ਵਿੱਚ ਹੈ ਨਾ, ਮਤਲਬ ਤੁਸੀਂ ਕੋਈ $2000 ਦਾ US ਸਟਾਕ ਹੈ ਜਿਹੜਾ ਉਹ ਖਰੀਦਿਆ ਹੈ ਨਾ, ਉਹਦੇ ਉੱਤੇ ਤੁਹਾਨੂੰ 20% ਦੀ ਰਿਟਰਨ ਮਿਲੀ ਅਤੇ ਉਹਨੂੰ ਤੁਸੀਂ ਸੈੱਲ ਕਰਤਾ, ਤਾਂ ਤੁਹਾਡਾ ਜਿਹੜਾ ਕੈਪੀਟਲ ਗੇਨ ਹੋ ਗਿਆ ਉਹ ਹੋ ਗਿਆ $400। ਇਹ ਜਿਹੜਾ ਕੈਪੀਟਲ ਗੇਨ ਹੋਇਆ ਤੁਹਾਨੂੰ $400 US ਸਟਾਕ ਦੇ ਉੱਤੇ ਜਾਂ ਕੈਨੇਡੀਅਨ ਸਟਾਕ ਦੇ ਉੱਤੇ, ਤਾਂ ਇਹਦੇ ਵਿੱਚ ਤੁਸੀਂ ਕੋਈ ਵੀ ਟੈਕਸ ਨਹੀਂ ਪੇ ਕਰਨਾ ਹੈ। ਹਾਂ ਜੇ ਬੇਸਿਕਲੀ ਇਹ $400 ਤੁਹਾਨੂੰ ਡਿਵੀਡੈਂਡ ਦੇ ਰੂਪ ਦੇ ਵਿੱਚ US ਸਟਾਕ ਵੱਲੋਂ ਮਿਲਿਆ ਹੁੰਦਾ ਤਾਂ ਉਹਦੇ ਉੱਤੇ ਤੁਹਾਨੂੰ 15% ਟੈਕਸ ਪੇ ਕਰਨਾ ਪੈਣਾ ਸੀਗਾ। ਅਤੇ ਦੂਜਾ ਬੈਨੀਫਿਟ ਇਹ ਹੈ ਇਹਦਾ, ਜਿਹੜਾ ਵੀ ਜਿੰਨੀ ਵੀ ਤੁਸੀਂ ਮਨੀ ਹੈ ਜਿਹੜੀ ਇਸ ਅਕਾਊਂਟ ਦੇ ਵਿੱਚ ਵਿਡਰਾਅ ਕਰ ਸਕਦੇ ਹੋ ਕਿਸੇ ਵੀ ਟਾਈਮ ਹੈ ਨਾ। ਮੰਨ ਲਓ ਤੁਹਾਨੂੰ ਲਾਈਕ ਤੁਸੀਂ ਕੋਈ ਵੀ ਸਟਾਕ ਖਰੀਦਿਆ ਨਾ, ਉਹਦੇ ਉੱਤੇ ਤੁਸੀਂ ਚੰਗੀ ਰਿਟਰਨ ਪਾਈ, ਮੰਨ ਲਓ ਤੁਸੀਂ ਕੋਈ ਵੀ ਕੰਪਨੀ ਜਿਹੜੀ $2000 ਦੇ ਸਟਾਕਸ ਖਰੀਦਿਆ ਨਾ ਕਿਸੇ ਵੀ ਕੰਪਨੀ ਦੇ, ਔਰ ਉਹ ਮੰਨ ਕੇ 2-4 ਮਹੀਨਿਆਂ ਦੇ ਵਿੱਚ ਉਹ ਹੋ ਗਏ 2000 ਤੋਂ ਲੈ ਕੇ 2000 ਤੋਂ ਵੱਧ ਕੇ $4000, ਮਤਲਬ ਉਹ 'ਤੇ 100% ਤੁਸੀਂ ਰਿਟਰਨ ਪਾਈ, 2000 ਤੋਂ ਵੱਧ ਕੇ ਉਹ $4000 ਹੋ ਗਈ ਹੈ, ਤਾਂ ਤੁਸੀਂ ਉਹਨਾਂ ਨੂੰ ਸੈੱਲ ਕਰਤਾ ਹੈ ਅਤੇ ਤੁਸੀਂ ਉਹ ਮਨੀ ਨਾਲ ਅੱਗੇ ਸਟਾਕ ਖਰੀਦਣ ਦੀ ਬਜਾਏ ਉਹਨੂੰ ਵਿਡਰਾਅ ਕਰ ਲੈਂਦੇ ਹੋ, ਤਾਂ ਉਹਦੇ ਉੱਤੇ ਤੁਸੀਂ ਬੇਸਿਕਲੀ 0 ਟੈਕਸ ਪੇ ਕਰਨਾ ਹੈ। ਅਤੇ ਜਿੰਨਾ ਵੀ ਤੁਸੀਂ ਵਿਡਰਾਅ ਉਹ ਮਨੀ ਆ ਉਹਨੂੰ ਤੁਸੀਂ ਕਿਸੇ ਵੀ ਟਾਈਮ ਵਿਡਰਾਅ ਕਰ ਸਕਦੇ ਹੋ, ਉਹਦੇ ਉੱਤੇ ਕੋਈ ਵੀ ਟੈਕਸ ਨਹੀਂ ਲੱਗੇਗਾ। ਅਤੇ ਜਿਹੜੀ ਵੀ ਇਹਦਾ ਅਗਲਾ ਬੈਨੀਫਿਟ ਇਹ ਹੈ ਵੀ ਜਿੰਨੀ ਵੀ ਜਿਹੜੀ ਅਨਯੂਜ਼ਡ ਕੰਟਰੀਬਿਊਸ਼ਨ ਹੁੰਦੀ ਆ ਉਹ ਕੈਰੀ ਫਾਰਵਰਡ ਹੁੰਦੀ ਜਾਂਦੀ ਆ। ਮੰਨ ਕੇ ਚੱਲੋ ਵੀ 2022 ਦੇ ਵਿੱਚ ਜਿਹੜੀ ਤੁਹਾਡੀ ਕੰਟਰੀਬਿਊਸ਼ਨ ਰੂਮ ਸੀਗਾ ਉਹ 5000 ਸੀਗਾ, ਅਤੇ 2023 ਦਾ ਹੈਗਾ 5000 ਹੈ ਨਾ, ਤਾਂ ਟੋਟਲ ਹੋ ਗਿਆ 10000। ਅਤੇ ਜੇ ਤੁਸੀਂ 2022 ਦੇ ਵਿੱਚ ਕੋਈ ਵੀ ਪੈਸਾ ਨਹੀਂ ਪਾਇਆ ਹੈ ਨਾ, ਤਾਂ ਇਸ ਸਾਲ ਦੇ ਵਿੱਚ ਤੁਸੀਂ ਜਿਹੜਾ ਕੰਟਰੀਬਿਊਟ ਆ ਉਹ $10000 ਕਰ ਸਕਦੇ ਹੋ। ਅਤੇ ਉਸੇ ਤਰ੍ਹਾਂ ਜਿੰਨਾ ਵੀ ਜਿਵੇਂ ਤੁਹਾਨੂੰ ਕੈਪੀਟਲ ਗੇਨ ਹੋਇਆ, ਜਿੱਦਾਂ ਆਪਾਂ ਇੱਥੇ ਐਗਜ਼ਾਮਪਲ ਲਈ ਹੈ ਵੀ ਆਪਾਂ ਨੇ $2000 ਦੇ ਸਟਾਕ ਖਰੀਦਿਆ ਅਤੇ ਉਹ 4000 ਦਾ ਹੋ ਗਿਆ, ਅਤੇ ਆਪਾਂ ਉਹ ਪੈਸੇ ਇਹਦੇ ਵਿੱਚੋਂ ਕਢਾ ਲਿਆ ਹੈ ਨਾ ਅਕਾਊਂਟ ਦੇ ਵਿੱਚੋਂ, ਉਹ ਪੈਸੇ ਆ ਜਿਹੜੇ ਉਹ ਨੈਕਸਟ ਈਅਰ ਕੈਰੀ ਫਾਰਵਰਡ ਹੋ ਜਾਣਗੇ। ਮੰਨ ਲਓ ਵੀ ਲਾਈਕ 5000 ਐਂਡ 5000 10000, ਮੰਨ ਕੇ ਚੱਲੋ ਵੀ 2022 ਦੀ 5000 ਸੀ ਤੁਹਾਡੀ ਜਿਹੜੀ ਕੰਟਰੀਬਿਊਸ਼ਨ ਸੀਗੀ, ਅਤੇ 2023 ਦੀ ਹੈਗੀ ਆ 5000, ਟੋਟਲ 10 ਹੋ ਗਈ। ਉਹਦੇ ਵਿੱਚੋਂ ਤੁਸੀਂ $2000 ਸੀ ਜਿਹੜਾ ਉਹ ਕੰਟਰੀਬਿਊਟ ਕਰਤਾ ਸੀਗਾ, ਤਾਂ ਤੁਹਾਡੀ ਪਿੱਛੇ ਰਹਿ ਗਈ $8000 ਹੈ ਨਾ। ਬਟ ਜਿਹੜਾ ਤੁਸੀਂ $2000 ਲਾਈਕ ਕੰਟਰੀਬਿਊਟ ਕੀਤਾ ਸੀਗਾ, ਉਹਦੇ ਉੱਤੇ ਜਿਵੇਂ ਤੁਹਾਨੂੰ $2000 ਜਿਹੜੀ ਆਪਣੀ ਮਤਲਬ ਕੈਪੀਟਲ ਗੇਨ ਹੋਇਆ, ਅਤੇ ਤੁਸੀਂ ਉਹ $4000 ਕਢਾ ਲਿਆ, ਤਾਂ ਤੁਹਾਡਾ ਟੋਟਲ ਹੋ ਗਿਆ ਹੋਣਾ। ਮੈਂ ਇੱਥੇ ਕੈਲਕੂਲੇਟਰ ਨਾਲ ਹੀ ਸਮਝਾਉਣਾ। ਮੰਨ ਲਓ ਵੀ ਤੁਸੀਂ $5000 ਹੈ ਜਿਹੜੀ ਤੁਹਾਡੀ ਕੰਟਰੀਬਿਊਸ਼ਨ ਸੀਗੀ ਉਹ 2022 ਦੀ ਸੀਗੀ, 2022 ਦੀ, ਅਤੇ 2023 ਦੀ ਵੀ ਜਿਹੜੀ ਅਗੇਨ ਕੰਟਰੀਬਿਊਸ਼ਨ ਹੋਈ ਉਹ ਹੋ ਗਈ 5000। ਸੋ ਟੋਟਲ ਜਿਹੜੀ ਤੁਹਾਡੀ ਹੋ ਗਈ ਕੰਟਰੀਬਿਊਸ਼ਨ ਹੋ ਗਈ ਆ ਉਹ $10000 ਹੋ ਗਈ ਆ, ਜਿਹੜੀ ਲਿਮਿਟ ਆ ਹੈ ਨਾ। ਉਹਦੇ ਵਿੱਚ ਮੰਨ ਲਓ ਤੁਸੀਂ $2000 ਕੰਟਰੀਬਿਊਟ ਕਰ ਦਿੰਦੇ ਹੋ ਇਸ ਸਾਲ, ਤਾਂ ਤੁਹਾਡੀ ਅਨਯੂਜ਼ਡ ਰਹਿ ਗਈ 8000 ਹੈ ਨਾ। ਮੰਨ ਲਓ ਵੀ ਜਿਹੜਾ 2000 ਸੀਗਾ ਉਹ ਹੋ ਗਿਆ ਤੁਹਾਡਾ ਡਬਲ, ਉਹਦੇ ਉੱਤੇ ਤੁਸੀਂ ਮਤਲਬ 100% ਰਿਟਰਨ ਪਾ ਲਈ, ਤਾਂ ਟੋਟਲ 4000 ਹੋ ਗਿਆ ਹੈ ਨਾ। ਤੁਸੀਂ ਇਹ 4000 ਇਸ ਸਾਲ ਕਢਾ ਲਿਆ, ਠੀਕ ਆ, 4000 ਤੁਸੀਂ ਕਢਾ ਲਿਆ, ਤਾਂ ਨੈਕਸਟ ਈਅਰ ਮੰਨ ਲਓ ਵੀ 2024 ਦੀ ਵੀ ਜਿਹੜੀ ਲਿਮਿਟ ਆ ਉਹ ਹੈਗੀ ਆ $5000, ਤਾਂ $5000 ਸੀਗੀ, ਮਤਲਬ $5000 ਸੀ ਜਿਹੜੀ ਉਹ ਹੈਗੀ ਸੀਗੀ ਆਪਣੀ 2022 ਦੀ, 5000 ਦੀ ਹੋ ਗਈ ਆਪਣੀ 2023 ਦੀ, ਅਤੇ ਪਲੱਸ 5000 ਹੀ ਹੋ ਗਈ ਆਪਣੀ
2024 ਦੀ, ਤਾਂ ਟੋਟਲ ਹੋ ਗਈ 15,000 ਦੇ ਵਿੱਚੋਂ ਆਪਾਂ ਸਿਰਫ 2,000 ਸੀ ਜਿਹੜਾ ਕੰਟਰੀਬਿਊਟ ਕੀਤਾ ਸੀ, ਉਹ ਵੀ ਆਪਾਂ ਨੇ ਕਢਾ ਲਿਆ ਸੀਗਾ ਹੈ ਨਾ, ਕਿਉਂਕਿ ਉਹਦੇ ਉੱਤੇ ਤੁਸੀਂ 100% ਦੀ ਰਿਟਰਨ ਪਾਈ ਅਤੇ $4,000 ਸੀ ਜਿਹੜਾ ਉਹ ਕਢਾ ਲਿਆ ਸੀਗਾ। ਉਹਦੇ ਵਿੱਚ $2,000 ਤਾਂ ਤੁਹਾਡਾ ਸੀਗਾ ਜਿਹੜੀ ਮਤਲਬ ਤੁਹਾਡੀ ਕੰਟਰੀਬਿਊਸ਼ਨ ਹੀ ਸੀਗੀ, ਤਾਂ ਉਹਦੇ ਵਿੱਚ ਆਲਰੇਡੀ ਐਡ ਹੀ ਹੋ ਗਈ ਹੈ ਨਾ $15,000। ਅਤੇ ਜਿਹੜੀ 2,000 ਦਾ ਤੁਹਾਡਾ ਕੈਪੀਟਲ ਗੇਨ ਸੀਗਾ ਅਤੇ ਉਹ ਤੁਸੀਂ ਕਢਾ ਲਿਆ ਸੀਗਾ, ਤਾਂ ਉਹ ਨੈਕਸਟ ਈਅਰ ਦੇ ਵਿੱਚ 2,000 ਹੋਰ ਐਡ ਹੋ ਜਾਏਗਾ। ਤਾਂ ਨੈਕਸਟ ਈਅਰ ਤਾਂ ਜਿੰਨੀ ਵੀ ਤੁਹਾਡੀ ਟੋਟਲ ਕੰਟਰੀਬਿਊਸ਼ਨ ਲਿਮਿਟ ਹੋਏਗੀ ਉਹ 17,000 ਹੋ ਜਾਏਗੀ। ਮਤਲਬ ਜਿੰਨੀ ਵੀ ਅਨਯੂਜ਼ਡ ਤੁਹਾਡੀ ਕੰਟਰੀਬਿਊਸ਼ਨ ਲਿਮਿਟ ਹੁੰਦੀ ਆ ਉਹ ਵੀ ਕੈਰੀ ਫਾਰਵਰਡ ਹੁੰਦੀ ਜਾਂਦੀ ਆ। ਜਿੰਨਾ ਵੀ ਤੁਸੀਂ ਕਿਸੇ ਅਕਾਊਂਟ ਦੇ ਉੱਤੇ ਮਤਲਬ ਕੈਪੀਟਲ ਗੇਨ ਪਾਇਆ ਅਤੇ ਉਹਨੂੰ ਕਢਾ ਲਿਆ, ਤਾਂ ਬਟ ਉਹ ਇਸ ਸਾਲ ਨਹੀਂ ਤੁਹਾਡੀ ਐਡ ਹੋਏਗੀ, ਉਸ ਨੂੰ ਇਸ ਸਾਲ ਤੁਸੀਂ ਦੁਬਾਰਾ ਨਹੀਂ ਉਸ ਅਕਾਊਂਟ ਦੇ ਵਿੱਚ ਮੂਵ ਕਰ ਸਕਦੇ। ਨੈਕਸਟ ਈਅਰ ਹਾਂ ਜਿੰਨੀ ਵੀ ਤੁਹਾਡੀ ਕੰਟਰੀਬਿਊਸ਼ਨ ਲਿਮਿਟ ਹੋਏਗੀ ਉਹਦੇ ਵਿੱਚ ਜਿੰਨਾ ਵੀ ਪੈਸਾ ਤੁਸੀਂ ਕਢਾਇਆ ਹੋਏਗਾ ਉਹ ਐਡ ਆਨ ਹੋ ਜਾਏਗਾ, ਅਤੇ ਇਸ ਹਿਸਾਬ ਨਾਲ ਤੁਹਾਡੀ ਜਿਹੜੀ ਆ ਕੰਟਰੀਬਿਊਸ਼ਨ ਜਿਹੜੀ ਲਿਮਿਟ ਆ ਉਹ ਇਨਕਰੀਜ਼ ਹੁੰਦੀ ਜਾਏਗੀ ਹੈ ਨਾ। ਇਹਨੂੰ ਚੈੱਕ ਕਰਨ ਦਾ ਸਭ ਤੋਂ ਬੈਸਟ ਤਰੀਕਾ ਇਹੀ ਹੈ ਕਿ ਤੁਹਾਡੀ ਕਿੰਨੀ ਕੰਟਰੀਬਿਊਸ਼ਨ ਲਿਮਿਟ ਬਚੀ ਹੈਗੀ, ਉਹ ਹੈਗੀ ਹੈ CRA ਅਕਾਊਂਟ। ਤੁਸੀਂ CRA ਅਕਾਊਂਟ ਖੋਲ੍ਹ ਕੇ ਚੈੱਕ ਕਰ ਸਕਦੇ ਹੋ, ਉਹਦੇ ਵਿੱਚ ਦਿੱਤਾ ਹੁੰਦਾ ਹੈ ਕਿ ਇਸ ਸਾਲ ਦੀ ਤੁਹਾਡੀ ਕਿੰਨੀ ਕੰਟਰੀਬਿਊਸ਼ਨ ਲਿਮਿਟ ਆ। ਨੈਕਸਟ ਈਅਰ ਜਿੰਨੀ ਵੀ ਹੋਏਗੀ ਉਹ ਉਹਦੇ ਵਿੱਚ ਐਡ ਆਨ ਹੁੰਦੀ ਜਾਏਗੀ, ਜੋ ਵੀ ਤੁਸੀਂ ਪੈਸੇ ਕਢਾਏ ਹੋਣਗੇ ਇਸ ਸਾਲ ਦੇ ਵਿੱਚ ਉਹ ਵੀ ਐਡ ਹੋ ਜਾਣਗੇ ਨੈਕਸਟ ਈਅਰ, ਅਤੇ ਨੈਕਸਟ ਈਅਰ ਦੇ ਵਿੱਚ ਜੋ ਤੁਸੀਂ ਚੈੱਕ ਕਰੋਗੇ ਤਾਂ ਉਹ ਤੁਹਾਨੂੰ ਸਾਰੇ ਐਡ ਆਨ ਕਰਕੇ ਹੀ ਦੱਸੇਗਾ ਕਿ ਹੁਣ ਤੁਹਾਡੀ ਕੰਟਰੀਬਿਊਸ਼ਨ ਲਿਮਿਟ ਹੈ ਜਿਹੜੀ ਉਹ ਕਿੰਨੀ ਰਹਿ ਗਈ ਆ। ਸੋ ਨੈਕਸਟ ਇਹਦਾ ਲਾਈਕ ਜਿਹੜਾ ਆ ਤਾਂ ਆਪਣਾ ਵਿੱਚ ਹੀ ਆ ਗਿਆ ਹੈ ਨਾ, ਜਿੱਦਾਂ ਆਪਾਂ ਹੁਣ ਐਗਜ਼ਾਮਪਲ ਲਈਏ ਵੀ ਜਿਹੜਾ ਵੀ ਜਿੰਨੀ ਵੀ ਤੁਸੀਂ ਵਿਡਰੋਸ ਵਗੈਰਾ ਕਰਦੇ ਹੋ ਉਹ ਨੈਕਸਟ ਈਅਰ ਜਿਹੜਾ ਤੁਹਾਡਾ ਕੰਟਰੀਬਿਊਸ਼ਨ ਰੂਮ ਹੁੰਦਾ ਉਹਦੇ ਵਿੱਚ ਐਡ ਆਨ ਹੁੰਦੇ ਹੁੰਦੇ ਆ। ਅਤੇ ਅਗਲੀ ਗੱਲ ਹੈ ਜਿਹੜੀ ਜਿੰਨੇ ਵੀ ਆਪਾਂ ਨੂੰ ਗਵਰਨਮੈਂਟ ਦੁਆਰਾ ਬੈਨੀਫਿਟਸ ਮਿਲਦੇ ਆ ਨਾ, ਜਿਵੇਂ CCB ਹੋ ਗਿਆ, ਚਾਈਲਡ ਕੇਅਰ ਬੈਨੀਫਿਟ ਹੋ ਗਿਆ, ਜਾਂ GIS ਹੋ ਗਿਆ, ਜਾਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਗਵਰਨਮੈਂਟ ਨੇ ਆਪਾਂ ਨੂੰ ਬੈਨੀਫਿਟ ਦਿੰਦੀ ਆ, ਉਹ ਉਹਨਾਂ ਨੂੰ ਇਹ ਇਫੈਕਟ ਨਹੀਂ ਕਰਦਾ, ਕਿਉਂਕਿ ਜਿੰਨਾ ਵੀ ਆਪਾਂ ਇਹਦੇ ਵਿੱਚ ਮਨੀ ਅਰਨ ਕੀਤੀ ਹੁੰਦੀ ਆ ਉਹ ਟੈਕਸ ਫਰੀ ਹੁੰਦੀ ਆ। ਇਸ ਕਰਕੇ ਉਹ ਟੈਕਸ ਫਰੀ ਆਪਣੀ ਜਿਹੜੀ ਮਨੀ ਆ ਜਦੋਂ ਵੀ ਆਪਾਂ ਨੂੰ ਵਿਡਰੋ ਕਰਦੇ ਹਾਂ ਤਾਂ ਉਹ ਆਪਣੀ ਇਨਕਮ ਦੇ ਵਿੱਚ ਕਾਊਂਟ ਨਹੀਂ ਹੁੰਦੀ, ਅਤੇ ਜਿਹੜੇ ਬੈਨੀਫਿਟ ਨੇ ਆਪਾਂ ਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਹੀ ਮਿਲਦੇ ਹੁੰਦੇ ਆ ਹੈ ਨਾ, ਤਾਂ ਇਹਨਾਂ ਨੂੰ ਇਹ ਇਫੈਕਟ ਨਹੀਂ ਕਰਦੀ ਆ। ਸੋ ਹੁਣ ਆਪਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਆਪਣੀ ਮਨੀ ਨੂੰ ਇਨਵੈਸਟ ਕਿੱਦਾਂ ਕਰ ਸਕਦੇ ਹਾਂ ਹੈ ਨਾ, ਕਿੱਥੇ ਇਨਵੈਸਟ ਕਰ ਸਕਦੇ ਹਾਂ TFS ਦੇ ਥਰੂ। ਸੋ ਆਹ ਸਾਰੀਆਂ ਐਗਜ਼ਾਮਪਲ ਨੇ ਜਿੱਥੇ ਆਪਾਂ ਆਪਣਾ ਮਨੀ ਨੂੰ ਇਨਵੈਸਟ ਕਰ ਸਕਦੇ ਹਾਂ। ਆਪਾਂ TFS ਦੇ ਵਿੱਚ ਕੈਸ਼ ਵੀ ਰੱਖ ਸਕਦੇ ਹਾਂ। ਮੰਨ ਲਓ ਤੁਸੀਂ $10,000 ਕੈਸ਼ ਰੱਖਿਆ, ਤਾਂ ਉਹਦੇ ਉੱਤੇ ਆਪਾਂ ਨੂੰ 0.01% ਆ ਜਿਹੜਾ ਉਹ ਇੰਟਰਸਟ ਬੈਂਕ ਦੇ ਰਹੀ ਹੈ ਨਾ, ਕਿਉਂਕਿ ਜੇ ਕੈਸ਼ ਵੀ ਆ ਤਾਂ ਕੈਸ਼ ਦੇ ਉੱਤੇ ਵੀ ਬੈਂਕ ਆਪਾਂ ਨੂੰ ਇੰਟਰਸਟ ਆ ਜਿਹੜਾ ਉਹ ਪੇ ਕਰਦੀ ਆ, ਤਾਂ ਜਿੰਨਾ ਵੀ ਉਹ ਆਪਾਂ ਨੂੰ ਕੈਸ਼ ਦੇ ਉੱਤੇ ਇੰਟਰਸਟ ਮਿਲੂਗਾ ਉਹਦੇ ਉੱਤੇ ਵੀ ਆਪਾਂ 0 ਟੈਕਸ ਪੇ ਕਰਨਾ। ਜਾਂ ਆਪਾਂ ਮਿਊਚੁਅਲ ਫੰਡਸ ਵਗੈਰਾ ਖਰੀਦ ਸਕਦੇ ਹਾਂ। ਮਿਊਚੁਅਲ ਫੰਡਸ ਕੈਨੇਡਾ ਦੇ ਵਿੱਚ ਮੇਨਲੀ 7 ਤੋਂ ਲੈ ਕੇ 8% ਦੀ ਰਿਟਰਨ, ਕੋਈ ਵੀ ਚੰਗਾ ਜਿਹੜਾ ਮਿਊਚੁਅਲ ਫੰਡ ਹੈ ਕੈਨੇਡਾ ਦੇ ਵਿੱਚ ਉਹ 7 ਤੋਂ ਲੈ ਕੇ 8% ਦੀ ਰਿਟਰਨ ਦਿੰਦਾ ਹੈ। ਇੰਡੀਆ ਦੇ ਵਿੱਚ ਇਹ ਨੰਬਰ ਜ਼ਿਆਦਾ ਹੈ। ਇੰਡੀਆ ਦੇ ਵਿੱਚ ਜਿੰਨੇ ਵੀ ਮਿਊਚੁਅਲ ਫੰਡ ਨੇ ਵਧੀਆ ਮਿਊਚੁਅਲ ਫੰਡ ਨੇ ਉਹ ਤੁਹਾਨੂੰ 10 ਤੋਂ ਲੈ ਕੇ 12% ਦੀ ਰਿਟਰਨ ਦੇ ਦਿੰਦੇ ਆ, ਬਟ ਸਟਿਲ 7 to 8% ਵੀ ਰਿਟਰਨ ਗੁੱਡ ਹੈ ਨਾ। ਜਾਂ ਤੁਸੀਂ ETF ਐਕਸਚੇਂਜ ਟ੍ਰੇਡਡ ਫੰਡਸ ਦੇ ਵਿੱਚ ਹੈ ਨਾ, ਜਿਵੇਂ SP 500 ਇੰਡੈਕਸ ਫੰਡ ਵਗੈਰਾ ਨੇ, ਇਹਨਾਂ ਦੇ ਵਿੱਚ ਲਾ ਸਕਦੇ ਹੋ, ਇਹਨਾਂ ਦੀ ਵੀ ਰਿਟਰਨ ਅੱਛੀ ਹੁੰਦੀ ਆ ਹੈ ਨਾ। ਪ੍ਰੋਬਲੀ ਜਿਹੜੇ ਇੰਡੈਕਸ ਫੰਡ ਨੇ ਉਹ ਅਰਾਊਂਡ 10% ਦੀ ਰਿਟਰਨ ਦਿੰਦੇ ਆ ਹੈ ਨਾ। ਜਾਂ ਬੌਂਡਸ ਦੇ ਵਿੱਚ ਤੁਸੀਂ ਲਾ ਸਕਦੇ ਹੋ। ਬੌਂਡਸ ਅਤੇ GIC ਦੇ ਵਿੱਚ ਇਹ ਦੋਵੇਂ ਤੁਹਾਨੂੰ 3.5 ਤੋਂ ਲੈ ਕੇ 4% ਦੀ ਰਿਟਰਨ ਦਿੰਦੇ ਆ, ਅਤੇ ਇਹਦੇ ਵਿੱਚ ਤੁਹਾਡੀ ਮਨੀ ਵੀ ਸੇਵ ਹੁੰਦੀ ਆ ਹੈ ਨਾ। ਅਤੇ ਮਤਲਬ ਜਿੰਨੀ ਵੀ ਤੁਹਾਡੀ ਇਨਵੈਸਟਮੈਂਟ ਹੈ ਉਹ ਸੇਫ ਹੁੰਦੀ ਹੈ, ਕਿਉਂਕਿ ਜੇ ਤੁਸੀਂ ਮਤਲਬ ਸਟਾਕਸ ਦੇ ਵਿੱਚ ਇਨਵੈਸਟ ਕਰਦੇ ਹੋ ਤਾਂ ਕੰਪਨੀ ਬੈਂਕਰਪਟ ਵੀ ਹੋ ਸਕਦੀ ਹੈ ਜਾਂ ਕੁਛ ਵੀ ਹੋ ਸਕਦਾ, ਬਟ GIC ਵਗੈਰਾ ਜਾਂ ਬੌਂਡ ਇਹਨਾਂ ਦੇ ਵਿੱਚ ਜਿੰਨੀ ਵੀ ਤੁਸੀਂ ਇਨਵੈਸਟਮੈਂਟ ਕਰੋਗੇ ਤੁਹਾਨੂੰ ਉਨੇ ਪੈਸੇ ਤਾਂ ਵਾਪਸ ਮਿਲ ਹੀ ਜਾਣੇ ਆ, ਅਤੇ ਨਾਲ ਉਹਦੇ ਉੱਤੇ ਤੁਹਾਨੂੰ ਇੰਟਰਸਟ ਵੀ ਮਿਲਦਾ ਹੈ। ਜਾਂ ਤੁਸੀਂ ਰੀਟਸ ਦੇ ਵਿੱਚ ਕਰ ਸਕਦੇ ਹੋ। ਰੀਟਸ ਬੇਸਿਕਲੀ ਹੁੰਦੀਆਂ ਰੀਅਲ estate ਇਨਵੈਸਟਮੈਂਟ ਟਰਸਟ ਬਣੀਆਂ ਹੁੰਦੀਆਂ ਨੇ। ਜਿੰਨੀਆਂ ਵੀ ਰੀਟਸ ਇਹ ਵੀ ਲਾਈਕ ਸਟਾਕਸ ਐਕਸਚੇਂਜ ਦੇ ਉੱਤੇ ਹੀ ਟਰੇਡ ਕਰ ਦਿੰਦੇ ਹਨ, ਅਤੇ ਇਹ ਚੰਗਾ ਲਾਈਕ ਅਰਾਊਂਡ 5 ਤੋਂ ਲੈ ਕੇ 6% ਤੱਕ ਦਾ ਡਿਵੀਡੈਂਡ ਦਿੰਦੇ ਹੁੰਦੀਆਂ ਨੇ। ਅਤੇ ਇਹਦੇ ਵਿੱਚ ਇੱਕ ਗੱਲ ਇਹ ਵੀ ਆ ਕਿ ਇਹਦੇ ਵਿੱਚ ਕੈਪੀਟਲ ਐਪਰੀਸ਼ੀਏਸ਼ਨ ਵੀ ਮਿਲ ਸਕਦੀ ਹੈ, ਕਿਉਂਕਿ ਐਜ਼ ਅ ਸਟਾਕ ਦੀ ਤਰ੍ਹਾਂ ਹੀ ਟਰੇਡ ਕਰਦੀਆਂ ਨੇ, ਅਤੇ ਸਟਾਕ ਦੀ ਤਰ੍ਹਾਂ ਇਹਨਾਂ ਦੇ ਜਿਹੜੇ ਸਟਾਕਸ ਨੇ ਉਹ ਵੱਧਦੇ ਘੱਟਦੇ ਰਹਿੰਦੇ ਆ, ਤਾਂ ਇਹਦੇ ਉੱਤੇ ਕੈਪੀਟਲ ਗੇਨ ਵੀ ਤੁਹਾਨੂੰ ਹੋ ਸਕਦਾ, ਅਤੇ ਨਾਲ ਦੀ ਨਾਲ ਤੁਹਾਨੂੰ 5 ਤੋਂ ਲੈ ਕੇ 6% ਦਾ ਡਿਵੀਡੈਂਡ ਵੀ ਜਿਹੜੀਆਂ ਚੰਗੀਆਂ ਰੇਟਸ ਨੇ ਉਹ ਮਿਲਦੀਆਂ ਨੇ। ਅਤੇ ਲਾਸਟ ਥਿੰਗ ਹੈ ਜਿਹੜੀ ਤੁਸੀਂ ਇਨਵੈਸਟ ਕਰ ਸਕਦੇ ਹੋ ਸਟਾਕਸ ਦੇ ਵਿੱਚ। ਜਿੱਦਾਂ ਕਿ ਮੈਂ ਤੁਹਾਨੂੰ ਪਿੱਛੇ TD ਬੈਂਕ ਦੀ ਹੀ ਐਗਜ਼ਾਮਪਲ ਦਿਖਾਈ ਹੈ ਨਾ। ਜਿਵੇਂ TD ਦੇ ਵਿੱਚ ਤੁਸੀਂ ਪੈਸੇ ਲਾਈਕ ਆਪਦੇ ਇਨਵੈਸਟ ਕਰਦੇ ਹੋ ਹੈ ਨਾ, TD ਦਾ ਸਟਾਕ ਖਰੀਦਦੇ ਹੋ, ਤਾਂ ਉਹਦੇ ਉੱਤੇ ਤੁਹਾਨੂੰ ਕੈਪੀਟਲ ਗੇਨ ਵੀ ਮਿਲੇਗਾ, ਕਿਉਂਕਿ ਜਿਹੜੀ TD ਆ ਉਹ ਘੱਟੋ ਘੱਟ 100-150 ਸਾਲ ਤੋਂ ਬੈਂਕਿੰਗ ਕਰ ਰਹੀ ਹੈ ਨਾ। ਇੱਕ ਬਹੁਤ ਹੀ ਸਟਰੋਂਗ ਬੈਂਕ ਆ, ਕੈਨੇਡਾ ਦੀ ਸੈਕਿੰਡ ਲਾਰਜੈਸਟ ਬੈਂਕ ਆ ਹੈ ਨਾ, ਅਤੇ ਐਵਰੀ ਈਅਰ ਗਰੋ ਕਰ ਰਹੀ ਆ। ਐਵਰੀ ਈਅਰ ਇਹ ਆਪਦਾ ਡਿਵੀਡੈਂਡ ਵੀ ਗਰੋ ਕਰ ਰਹੀ ਆ,
ਜਿਵੇਂ ਹੁਣ ਮੈਂ ਇੱਥੇ ਇੱਕ ਐਗਜ਼ਾਮਪਲ ਖੋਲ੍ਹੀ ਆ, ਜੇ ਤੁਸੀਂ ਮਤਲਬ $10,000 ਦੇ ਸਟਾਕਸ ਸੀ ਜਿਹੜੇ 2002 ਦੇ ਵਿੱਚ TD ਬੈਂਕ ਦਾ ਖਰੀਦਦੇ ਹੁੰਦੇ ਹੈ ਨਾ, ਤਾਂ ਉਹਦੇ ਉੱਤੇ ਜਿਹੜੀ ਤੁਹਾਨੂੰ ਰਾਈਟ ਨਾਓ ਡਿਵੀਡੈਂਡ ਯੀਲਡ ਹੋਣੀ ਸੀ ਉਹ ਹੋਣੀ ਸੀ ਮਤਲਬ 20%। ਜਿੱਦਾਂ ਤੁਸੀਂ ਲਾਈਕ ਆਪਾਂ ਜੇ ਮੰਨ ਲਓ ਤੁਸੀਂ 22/3/2000 ਨੂੰ TD ਦੇ $10,000 ਦੇ ਸਟਾਕਸ ਖਰੀਦੇ ਹੈ ਨਾ, ਅਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਸਟਾਕ ਵੇਚਿਆ ਨਹੀਂ ਆ, ਉੱਦਾਂ ਹੀ ਰੱਖ ਰੱਖਿਆ, ਤਾਂ ਅੱਜ ਦੇ ਪ੍ਰਾਈਸ ਦੇ ਹਿਸਾਬ ਨਾਲ ਜਿਹੜੀ ਤੁਹਾਨੂੰ ਡਿਵੀਡੈਂਡ ਯੀਲਡ ਆ ਉਹ 20% ਦੀ ਮਿਲ ਰਹੀ ਆ। ਮਤਲਬ ਜੇ 2000 ਦੇ ਵਿੱਚ ਤੁਸੀਂ 10,000 ਦੇ TD ਦੇ ਸਟਾਕਸ ਖਰੀਦਦੇ ਹੁੰਦੇ, ਤਾਂ ਉਹਦੇ ਉੱਤੇ ਜਿਹੜਾ ਡਿਵੀਡੈਂਡ ਹੀ ਤੁਹਾਨੂੰ 20% ਰਿਟਰਨ ਦੇ ਰਿਹਾ ਹੁੰਦਾ, ਤਾਂ ਮੰਨ ਲਓ 10,000 ਦੇ ਉੱਤੇ ਐਵਰੀ ਈਅਰ ਤੁਹਾਨੂੰ $2,000 ਦਾ ਜਿਹੜਾ ਡਿਵੀਡੈਂਡ ਮਿਲਣਾ ਸੀਗਾ। ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਕਿ ਇਹਦੀ ਕੰਟਰੀਬਿਊਸ਼ਨ ਲਿਮਿਟ ਕੀ ਆ। ਜਿਹੜੀ ਕੰਟਰੀਬਿਊਸ਼ਨ ਹੈ ਇਹ ਲਾਈਕ ਬੇਸਿਕਲੀ 2009 ਤੋਂ ਸਟਾਰਟ ਹੋਇਆ ਸੀ ਹੈ ਨਾ, 2009 ਤੋਂ ਲੈ ਕੇ 2012 ਤੱਕ ਜਿਹੜੀ ਕੰਟਰੀਬਿਊਸ਼ਨ ਲਿਮਿਟ ਸੀ ਉਹ ਟੋਟਲ 5,000 ਐਵਰੀ ਈਅਰ ਦੀ ਸੀ, ਤਾਂ ਟੋਟਲ 20,000 ਹੋ ਗਈ ਸੀਗੀ। ਅਤੇ ਰਾਈਟ ਨਾਓ ਜਿਹੜੀ 2023 ਦੀ ਮਤਲਬ ਇਹਨਾਂ ਦੀ ਕੰਟਰੀਬਿਊਸ਼ਨ ਲਿਮਿਟ ਆ ਉਹ ਹੈਗੀ $6,500। ਅਤੇ ਟੋਟਲ ਜਿੰਨੀ ਵੀ ਜੇ ਕਿਸੇ ਨੇ 2009 ਤੋਂ ਲੈ ਕੇ ਹੁਣ ਤੱਕ ਆਪਣੀ ਜਿੰਨੀ ਵੀ ਜਿਹੜੀ ਕੰਟਰੀਬਿਊਸ਼ਨ ਲਿਮਿਟ ਆ ਯੂਜ਼ ਨਹੀਂ ਕੀਤੀ, ਤਾਂ ਤੁਹਾਡੇ ਟੋਟਲ ਜਿਹੜੀ ਕੰਟਰੀਬਿਊਸ਼ਨ ਹੋਊਗੀ ਉਹ ਹੋਊਗੀ 88,000। ਬਟ ਇਹ ਇੱਦਾਂ ਨਹੀਂ ਵਰਕ ਕਰਦੀ ਆ, ਇਹ ਇੱਦਾਂ ਵਰਕ ਕਰਦੀ ਆ ਮਤਲਬ ਕੋਈ ਵੀ ਪਰਸਨ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਰਹਿ ਰਿਹਾ 2009 ਤੋਂ, ਅਤੇ ਉਹ 2009 ਤੋਂ ਪਹਿਲਾਂ 18 ਈਅਰ ਦਾ ਸੀਗਾ, ਤਾਂ ਉਹਨੂੰ ਇਹ ਸਾਰੀ ਜਿੰਨੀ ਵੀ ਆ 88,000 ਦੀ ਲਿਮਿਟ ਮਿਲੇਗੀ। ਜੇ ਮੰਨ ਕੇ ਚੱਲੋ ਵੀ ਤੁਸੀਂ ਲਾਈਕ 2022 ਦੇ ਵਿੱਚ ਕੈਨੇਡਾ ਆਏ, ਜਾਂ 2022 ਦੇ ਵਿੱਚ ਤੁਸੀਂ ਮਤਲਬ 18 ਈਅਰ ਦੇ ਹੋਏ ਹੈ ਨਾ, ਤਾਂ ਤੁਹਾਨੂੰ 2022 ਦਾ $6,000 ਪਲੱਸ 2023 ਦਾ $6,500, ਤਾਂ ਤੁਹਾਡੀ ਟੋਟਲ ਕੰਟਰੀਬਿਊਸ਼ਨ ਲਿਮਿਟ ਹੋਏਗੀ ਜਿਹੜੀ ਉਹ ਹੋਏਗੀ $13,500। ਇਹਨੂੰ ਚੈੱਕ ਕਰਨ ਦਾ ਸਭ ਤੋਂ ਬੈਸਟ ਤਰੀਕਾ ਇਹੀ ਹੈ, ਤੁਸੀਂ ਆਪਣਾ CRA ਅਕਾਊਂਟ ਖੋਲ੍ਹੋ, ਉਹਦੇ ਵਿੱਚ ਦਿੱਤਾ ਹੁੰਦਾ ਦੋਵਾਂ ਦਾ TFSA ਦਾ ਅਤੇ RRSP ਦਾ ਕਿ ਤੁਹਾਡੀ ਕਿੰਨੀ ਕੰਟਰੀਬਿਊਸ਼ਨ ਲਿਮਿਟ ਹੈਗੀ। ਅਤੇ ਹੁਣ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ ਕਿ ਓਵਰ ਦਾ ਈਅਰਸ ਜਿਵੇਂ ਤੁਹਾਡੀ ਜਿੰਨਾ ਵੀ ਤੁਸੀਂ ਮਨੀ ਇਨਵੈਸਟ ਕੀਤੀ ਹੁੰਦੀ ਹੈ ਉਹ ਕਿੱਦਾਂ ਗਰੋ ਕਰਦੀ ਹੈ ਹੈ ਨਾ, ਕਿਉਂਕਿ ਜਿਹੜੀ ਸਟਾਕ ਮਾਰਕੀਟ ਆ ਉਹ ਕੰਪਾਊਂਡਿੰਗ 'ਤੇ ਵਰਕ ਕਰਦੀ ਹੈ ਨਾ। ਜੇ ਤੁਸੀਂ ਕੰਪਾਊਂਡਿੰਗ ਦਾ ਯੂਜ਼ ਕਰ ਰਹੇ ਹੋ ਤਾਂ ਮਤਲਬ ਮਨੀ ਹੈ ਤੁਹਾਡੀ ਓਵਰ ਦਾ ਈਅਰਸ ਇਨਕਰੀਜ਼ ਹੁੰਦੀ ਜਾਂਦੀ ਆ। ਜਿੰਨਾ ਵੀ ਤੁਸੀਂ ਡਿਵੀਡੈਂਡ ਆ ਉਹਨੂੰ ਦੁਬਾਰਾ ਰੀਇਨਵੈਸਟ ਵਗੈਰਾ ਕਰਦੇ ਰਹਿੰਦੇ ਹੋ ਹੈ ਨਾ, ਤੁਸੀਂ ਡਿਵੀਡੈਂਡ ਕਢਾ ਨਹੀਂ ਰਹੇ ਮਤਲਬ, ਅਤੇ ਉਹਨੂੰ ਫਿਊਚਰ ਈਅਰ ਦੇ ਲਈ ਹੈ ਨਾ ਮਤਲਬ ਐਡ ਔਨ ਕਰਦੇ ਜਾਂਦੇ ਹੋ, ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੇ ਜਿਹੜੇ ਅਮੇਜ਼ਿੰਗ ਰਿਜ਼ਲਟਸ ਨੇ ਤੁਹਾਨੂੰ ਮਿਲ ਸਕਦੇ ਆ। ਹੁਣ ਆਪਾਂ TD ਦੀ ਹੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਹੁਣ ਆਪਾਂ ਇੱਥੇ TD ਦਾ ਕਾਊਂਟ ਕਰਦੇ ਹਾਂ ਨਾ, ਜਿਵੇਂ ਹੁਣ TD ਦਾ ਆਪਾਂ ਨੇ ਸਭ ਤੋਂ ਪਹਿਲਾਂ $5,000 ਮਤਲਬ ਤੁਸੀਂ ਮੰਨ ਕੇ ਚੱਲੋ, ਜਿਵੇਂ ਤੁਸੀਂ 2022 ਦੇ ਵਿੱਚ ਆਪਣਾ ਜਿਹੜਾ TFSA ਖੋਲ੍ਹਿਆ ਨਾ, ਤਾਂ ਤੁਸੀਂ $6,000 ਕੰਟਰੀਬਿਊਟ ਕਰਤਾ ਇਕੱਠਾ, ਮਤਲਬ ਜੇ ਤੁਹਾਡੇ ਕੋਲ ਪੈਸੇ ਪਏ ਜੇ ਤੁਸੀਂ $6,000 ਕੰਟਰੀਬਿਊਟ ਕਰਦੇ, ਉਹਦੇ ਨਾਲ ਤੁਸੀਂ TD ਦਾ ਹੀ ਸਟਾਕ ਖਰੀਦ ਲੈਂਦੇ ਹੋ। TD ਜਿੱਦਾਂ ਅੱਜ ਰਾਈਟ ਨਾਓ 82 ਦੇ ਉੱਤੇ $82 ਦੇ ਉੱਤੇ ਟਰੇਡ ਕਰ ਰਿਹਾ ਹੈ ਨਾ। ਮੰਨ ਲਓ ਵੀ ਆਪਾਂ TD ਦਾ ਸਟਾਕ ਖਰੀਦ ਲਿਆ ਅੱਜ ਮਤਲਬ $22,000 ਦਾ, ਅਤੇ ਜਿੱਦਾਂ ਵੀ ਮਤਲਬ ਆਪਾਂ $6,000 TD ਦੇ ਵਿੱਚ ਉਹ ਕਰਤਾ ਹੈ ਨਾ, ਤਾਂ TD ਦਾ ਮੰਥਲੀ ਉਸ ਤੋਂ ਬਾਅਦ ਆਪਾਂ 6,000 ਤੋਂ ਬਾਅਦ ਐਵਰੀ ਮੰਥ, ਜਿਵੇਂ ਇਸ ਸਾਲ 6500 ਦੀ ਲਿਮਿਟ ਆਪਾਂ ਹੈ ਨਾ, ਤਾਂ ਆਪਾਂ ਚਲੋ ਮੰਨ ਕੇ ਚੱਲੋ ਵੀ ਆਪਾਂ ਹਰ ਮਹੀਨੇ $500 ਹੀ ਕੰਟਰੀਬਿਊਟ ਕਰ ਰਹੇ ਹਾਂ, ਈਅਰ ਦਾ $6,000 ਕੰਟਰੀਬਿਊਟ ਕਰਾਂਗੇ। ਅਤੇ ਰਾਈਟ ਨਾਓ ਜਿਹੜਾ TD ਦਾ ਸਟਾਕ ਪ੍ਰਾਈਸ ਆ ਉਹ ਹੈਗਾ $82 ਦਾ। ਅਤੇ ਹੁਣ ਆਪਾਂ ਐਕਸਪੈਕਟ ਕੀ ਕਰ ਰਹੇ ਹਾਂ ਵੀ ਜਿਹੜੀ ਕੈਨੇਡਾ ਮਤਲਬ TD ਦਾ ਜਿਹੜਾ ਸਟਾਕ ਆ ਉਹ ਕਿਸੇ ਰੇਟ ਨਾਲ ਫਿਊਚਰ ਦੇ ਵਿੱਚ ਵੱਧਦਾ ਜਾਊਗਾ ਹੈ ਨਾ, ਤਾਂ ਆਪਾਂ ਇੱਕ ਨੰਬਰ ਲੈ ਕੇ ਚੱਲਦੇ ਹਾਂ ਵੀ 10% ਜਿਹੜਾ ਉਹਦਾ ਸ਼ੇਅਰ ਪ੍ਰਾਈਸ ਆ ਉਹ ਐਵਰੀ ਈਅਰ ਇਨਕਰੀਜ਼ ਹੋਏਗਾ ਹੈ ਨਾ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿੰਨੇ ਸਾਲਾਂ ਲਈ ਆਪਾਂ ਪੈਸੇ ਇਨਵੈਸਟ ਕਰਦੇ ਹਾਂ। ਆਪਾਂ ਇੱਥੇ ਮੰਨ ਕੇ ਚੱਲੋ ਵੀ ਆਪਾਂ 20 ਈਅਰਸ ਲਈ ਇਹ ਪੈਸੇ ਜਿਹੜੇ ਇਨਵੈਸਟ ਕੀਤੇ ਆ, ਅਤੇ ਹੌਲੀ ਹੌਲੀ ਉਹਦੇ ਵਿੱਚ ਐਡ ਔਨ ਕਰਦੇ ਗਏ। ਅਤੇ ਜਿਹੜੀ ਕਰੰਟ ਡਿਵੀਡੈਂਡ ਆ ਉਹ ਆਪਾਂ ਨੂੰ TD ਦੇ ਰਿਹਾ ਆ, ਜਿੱਦਾਂ ਆਪਾਂ ਚੈੱਕ ਕੀਤਾ ਸੀ ਪਹਿਲਾਂ 4.61%। ਅਤੇ ਹੁਣ ਇਹ ਆਪਾਂ ਐਕਸਪੈਕਟ ਕਰਦੇ ਹਾਂ ਕਿ ਜਿਹੜਾ ਡਿਵੀਡੈਂਡ ਵੈਸੇ ਲਾਈਕ TD ਹੁਣ ਤੱਕ ਆਪਣਾ ਜਿਹੜਾ ਡਿਵੀਡੈਂਡ ਆ ਉਹ 6 ਤੋਂ ਲੈ ਕੇ 7% ਤੱਕ ਇਨਕਰੀਜ਼ ਕਰਦਾ ਆਇਆ ਐਵਰੀ ਈਅਰ ਹੈ ਨਾ, ਕਿੰਨੇ ਬਹੁਤ ਹੀ ਸਾਲਾਂ ਤੋਂ ਹੈ ਨਾ, ਆਲਮੋਸਟ ਲਾ ਲਓ ਵੀ 100 ਈਅਰਸ ਤੋਂ ਜਿਹੜਾ ਡਿਵੀਡੈਂਡ ਆ ਉਹ TD ਆ ਜਿਹੜਾ ਆਪਣਾ ਇਨਕਰੀਜ਼ ਕਰਦਾ ਆ ਰਿਹਾ ਹੈਗਾ।
ਬਟ ਫਿਰ ਆਪਾਂ ਵੀ ਇੱਕ ਲਾਈਕ ਛੋਟਾ ਨੰਬਰ ਲੈ ਕੇ ਚੱਲਦੇ ਹਾਂ ਵੀ ਆਪਾਂ ਮੰਨ ਲਈਏ ਵੀ ਇਸ ਤੋਂ ਬਾਅਦ TD ਹੈ ਜਿਹੜੀ ਐਵਰੀ ਈਅਰ ਆਪਦਾ ਜਿਹੜਾ ਡਿਵੀਡੈਂਡ ਆ ਉਹ 5% ਇਨਕਰੀਜ਼ ਕਰੂਗੀ। ਅਤੇ ਇਹਦੇ ਉੱਤੇ ਆਪਾਂ ਲਾ ਦਿੰਦੇ ਹਾਂ ਡ੍ਰਿਪ ਬੇਸਿਕਲੀ ਹੁੰਦਾ ਕੀ ਆ, ਡ੍ਰਿਪ ਦਾ ਮੀਨਿੰਗ ਆ ਡਿਵੀਡੈਂਡ ਰੀਇਨਵੈਸਟਮੈਂਟ ਪਲਾਨ, ਮਤਲਬ ਵੀ ਜਿੰਨਾ ਵੀ ਆਪਾਂ ਨੂੰ ਡਿਵੀਡੈਂਡ ਮਿਲਿਆ ਹੈ ਨਾ ਉਹਨੂੰ ਆਪਾਂ ਦੁਬਾਰਾ ਰੀਇਨਵੈਸਟ ਕਰਦੇ ਜਾ ਰਹੇ ਹਾਂ ਉਸ ਸਟਾਕ ਦੇ ਵਿੱਚ ਹੈ ਨਾ। ਅਤੇ ਹੁਣ ਆਪਾਂ ਜਿਵੇਂ ਕਿ ਇਹ ਪੈਸਾ ਹੈਗਾ ਜਿਹੜਾ TFS ਦੇ ਥਰੂ ਆਪਾਂ ਇਨਵੈਸਟ ਕਰ ਰਹੇ ਹਾਂ ਤਾਂ ਇਹਦੇ ਉੱਤੇ ਆਪਾਂ ਕੋਈ ਵੀ ਇੰਟਰਸਟ ਨਹੀਂ ਪੇ ਕਰਨਾ ਹੈ ਨਾ, ਤਾਂ ਉਹ ਲਾਈਕ ਟੈਕਸ ਆ ਗਿਆ 0 ਹੈ ਨਾ, ਨੋ ਆ ਗਿਆ ਇੱਥੇ। ਅਤੇ ਹੁਣ ਆਪਾਂ 20 ਈਅਰ ਦੀ ਰਿਟਰਨ ਚੈੱਕ ਕਰਦੇ ਹਾਂ ਨਾ। ਮੰਨ ਲਓ ਵੀ ਤੁਸੀਂ ਹੁਣ ਆਪਣਾ ਜਿਹੜਾ ਸਟਾਰਟਿੰਗ ਬੈਲੈਂਸ ਸੀਗਾ ਉਹ ਹੈਗਾ ਜੀ $6000 ਹੈ ਨਾ, 6000 ਹੋਇਆ। 6000 ਦੇ ਵਿੱਚ ਆਪਾਂ ਐਵਰੀ ਈਅਰ ਜਿਹੜਾ 6000 ਕੰਟਰੀਬਿਊਟ ਕਰਦੇ ਗਏ ਹੈ ਨਾ, ਤਾਂ ਐਂਡ ਆਫ 20 ਈਅਰਸ ਜਿਹੜੀ ਆਪਣੀ ਟੋਟਲ ਵੈਲਿਊ ਆ ਜਾਊਗੀ ਹੈ ਨਾ, ਬੈਲੈਂਸ ਹੋਊਗਾ। ਜੇ ਇਸ ਹਿਸਾਬ ਨਾਲ ਸਟਾਕ ਆ ਜਿਹੜਾ ਮੂਵ ਹੁੰਦਾ ਗਿਆ ਅਤੇ ਆਪਾਂ ਨੂੰ ਇਹ ਸਾਰੀ ਰਿਟਰਨ ਮਿਲਦੀ ਗਈ ਹੈ ਨਾ, ਤਾਂ ਤੁਹਾਡਾ ਆਪਣਾ ਐਂਡ ਆਫ ਦਾ 20 ਈਅਰ ਜਿਹੜਾ ਬੈਲੈਂਸ ਆ ਉਹ ਹੋਵੇਗਾ $5,21,621। ਇਹ ਹੋਇਆ ਕਿਉਂਕਿ ਕੰਪਾਊਂਡਿੰਗ ਦੇ ਜ਼ਰੀਏ $6000 ਐਵਰੀ ਈਅਰ ਆਪਾਂ ਵੀ ਐਡ ਔਨ ਕਰਦੇ ਗਏ, ਜਿੰਨਾ ਵੀ ਆਪਣਾ ਡਿਵੀਡੈਂਡ ਸੀ ਉਹ ਰੀਇਨਵੈਸਟ ਕਰਦੇ ਗਏ ਉਸ 10% ਦੇ ਹਿਸਾਬ ਨਾਲ ਜਿਹੜਾ ਕੰਪਨੀ ਦਾ ਸ਼ੇਅਰ ਸੀ ਉਹ ਇਨਕਰੀਜ਼ ਹੁੰਦਾ ਗਿਆ ਹੈ ਨਾ। ਅਤੇ ਓਵਰ ਦਾ ਈਅਰਸ ਹੈ ਨਾ ਜਿਉਂ ਕੰਪਾਊਂਡਿੰਗ ਹੁੰਦੀ ਜਾਂਦੀ ਆ ਤਾਂ ਆਪਣੀ ਜਿਹੜੀ ਇਨਵੈਸਟਮੈਂਟ ਆ ਉਹ ਇਨਕਰੀਜ਼ ਹੁੰਦੀ ਜਾਂਦੀ ਆ। ਹੁਣ ਇਹੀ ਮੰਨ ਕੇ ਚੱਲੋ ਵੀ ਜੇ ਆਪਾਂ ਇੱਥੇ ਆਪਾਂ 20 ਸਾਲਾਂ ਲਈ ਕੀਤੇ ਸੀ ਨਾ, 20 ਸਾਲਾਂ 'ਚ ਆਪਾਂ ਨੂੰ ਜਿਹੜੀ ਇਨਵੈਸਟਮੈਂਟ ਕੀਤੀ ਆ ਉਹਦੇ ਉੱਤੇ ਸਾਰਾ ਕੁਛ ਐਡ ਔਨ ਹੋ ਕੇ ਆਪਾਂ ਜਿਹੜਾ ਐਂਡ ਬੈਲੈਂਸ ਸੀਗਾ ਉਹ 5,21,000 ਹੋ ਗਿਆ ਨਾ। ਬਟ ਜੇ ਇਹਨੂੰ ਆਪਾਂ 10 ਸਾਲ ਹੋਰ ਵਧਾ ਦਿੰਦੇ ਹਾਂ, ਮੰਨ ਲਓ ਤੁਸੀਂ ਅੱਜ 20 ਈਅਰ ਦੇ ਹੋ, 20 ਈਅਰ ਦੇ ਵਿੱਚ ਇਨਵੈਸਟਿੰਗ ਸ਼ੁਰੂ ਕਰ ਲਈ ਹੈ ਅਤੇ ਤੁਸੀਂ ਨੈਕਸਟ 30 ਈਅਰ ਤੱਕ ਇਨਵੈਸਟ ਕਰਦੇ ਹੋ ਨਾ, ਤਾਂ 50 ਦੀ ਏਜ ਤੱਕ ਜਿਹੜਾ ਤੁਹਾਡਾ ਹੋਏਗਾ ਐਂਡ ਬੈਲੈਂਸ ਹੋਏਗਾ ਉਹ ਹੋ ਜਾਏਗਾ 1.6 ਮਿਲੀਅਨ ਐਂਡ ਆਫ 30 ਈਅਰਸ ਦੇ ਵਿੱਚ। ਕਿਉਂਕਿ ਕੰਪਾਊਂਡਿੰਗ ਦੇ ਲਾਈਕ ਕਿਉਂਕਿ ਸਟਾਕ ਮਾਰਕੀਟ ਹੈ ਜਿਹੜੀ ਉਹ ਕੰਪਾਊਂਡਿੰਗ 'ਤੇ ਵਰਕ ਕਰਦੀ ਹੈ ਨਾ, ਤਾਂ ਜਿਹੜੀ ਤੁਹਾਡੀ ਮਨੀ ਆ ਉਹ ਕੰਪਾਊਂਡਿੰਗ ਨਾਲ ਇਨਕਰੀਜ਼ ਹੁੰਦੀ ਜਾਂਦੀ ਹੈ। ਤਾਂ ਐਵਰੀ ਈਅਰ ਮੰਨ ਕੇ ਚੱਲੋ ਵੀ ਤੁਸੀਂ ਜਿਹੜਾ ਡਿਵੀਡੈਂਡ ਬਿਕੋਜ਼ ਇੱਥੇ ਜਿਵੇਂ ਫਸਟ ਈਅਰ 'ਚ ਤੁਹਾਨੂੰ 6000 ਜੇ ਤੁਸੀਂ ਸਟਾਕ ਖਰੀਦੇ ਤਾਂ ਤੁਹਾਨੂੰ ਉਹਦੇ ਉੱਤੇ $276 ਜਿਹੜਾ ਡਿਵੀਡੈਂਡ ਮਿਲਿਆ ਅਤੇ ਤੁਹਾਡਾ ਐਂਡ ਬੈਲੈਂਸ ਹੋ ਗਿਆ 12,876 ਕਿਉਂਕਿ ਤੁਸੀਂ 6000 ਤੋਂ ਸਟਾਰਟ ਕੀਤਾ ਅਤੇ 6000 ਕੰਟਰੀਬਿਊਟ ਕੀਤਾ ਤਾਂ ਤੁਹਾਡੀ ਜਿਹੜੀ ਟੋਟਲ ਇਨਵੈਸਟਮੈਂਟ ਸੀ ਉਹ ਹੈਗੀ ਸੀ 12,000 ਦੀ। ਉਹਦੇ ਉੱਤੇ 10% ਦੇ ਹਿਸਾਬ ਨਾਲ ਹੋਇਆ ਜਿਹੜੀ ਗਰੋਥ ਹੋਈ ਤਾਂ $600 ਜਿਹੜੀ ਗਰੋਥ ਹੋਊਗੀ ਕਿਉਂਕਿ ਸ਼ੇਅਰ ਦਾ ਪ੍ਰਾਈਸ ਇਨਕਰੀਜ਼ ਹੋ ਗਿਆ ਅਤੇ ਡਿਵੀਡੈਂਡ ਸੀ ਜਿਹੜਾ $276 ਮਿਲਿਆ ਹੈ ਨਾ, $276। ਤੁਸੀਂ ਇਹਨੂੰ ਦੁਬਾਰਾ ਰੀਇਨਵੈਸਟ ਕਰਦੇ ਗਏ ਓਵਰ ਦਾ ਈਅਰਸ ਤਾਂ 30 ਈਅਰਸ ਤੱਕ ਜੇ ਤੁਸੀਂ ਰੀਇਨਵੈਸਟ ਕਰਦੇ ਗਏ ਤਾਂ ਜਿਹੜਾ ਤੁਹਾਡਾ ਡਿਵੀਡੈਂਡ ਹੋ ਜਾਏਗਾ ਉਹ ਹੋ ਜਾਏਗਾ $17,369 ਐਵਰੀ ਈਅਰ ਦਾ, ਅਤੇ ਜਿਹੜੀ ਤੁਹਾਡੀ ਇਨਵੈਸਟਮੈਂਟ ਆ ਉਹ ਵੱਧ ਕੇ ਹੋ ਜਾਏਗੀ 1.6 ਮਿਲੀਅਨ। ਤੁਸੀਂ ਇੱਦਾਂ ਹੀ ਕੰਪਾਊਂਡਿੰਗ ਦਾ ਅੰਦਾਜ਼ਾ ਲਾ ਸਕਦੇ ਹੋ। ਜੇ 20 ਈਅਰ 'ਚ ਇਹ 5,21,000 ਸੀ ਜਾਂ ਆਪਾਂ ਇਹਨੂੰ 10% ਮਤਲਬ 10 ਈਅਰਲੀ ਇਨਕਰੀਜ਼ ਕਰਦਾ ਤਾਂ ਆਲਮੋਸਟ ਇਹ ਟ੍ਰਿਪਲ ਹੋ ਗਈ ਆ। ਇੱਦਾਂ ਹੀ ਹੈ ਕਿ ਜਿਹੜੀ ਵੀ ਸਟਾਕ ਮਾਰਕੀਟ ਆ ਨਾ ਉਹ ਕੰਪਾਊਂਡਿੰਗ ਦੇ ਉੱਤੇ ਵਰਕ ਕਰਦੀ ਹੈ। ਸ਼ੋਰਟ ਟਰਮ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉੱਪਰ ਨੀਚੇ ਜਾਂਦੀ ਰਹਿੰਦੀ ਹੈ, ਬਟ ਜੇ ਤੁਸੀਂ ਲੌਂਗ ਟਰਮ ਚੈੱਕ ਕਰੋ ਤਾਂ ਪਿਛਲੇ 100 ਸਾਲਾਂ ਦੇ ਜੇ ਤੁਸੀਂ ਜਾਂ 100 ਜਾਂ 200 ਸਾਲਾਂ ਦੀ ਹੈ ਨਾ ਜਿਹੜੀ ਆਪਣੀ ਸਟਾਕ ਮਾਰਕੀਟ ਨੂੰ ਚੈੱਕ ਕਰੋ ਤਾਂ ਉਹ ਹਮੇਸ਼ਾ ਉੱਪਰ ਹੀ ਗਈ ਹੈਗੀ। ਸੋ ਇਹ ਸੀ ਅੱਜ ਦੀ ਵੀਡੀਓ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਬਾਰੇ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰਿਓ, ਸਬਸਕ੍ਰਾਈਬ ਕਰਿਓ ਅਤੇ ਮੇਰੇ ਮੇਰੇ ਇੰਸਟਾਗ੍ਰਾਮ ਅਕਾਊਂਟ ਹੈ ਜਿਹੜਾ ਇਨਵੈਸਟਿੰਗ ਦੀਆਂ ਗੱਲਾਂ ਉਹਨੂੰ ਵੀ ਫੋਲੋ ਕਰਿਓ। ਥੈਂਕ ਯੂ ਸੋ ਮੱਚ, ਬਾਏ ਬਾਏ।